ਸਤਨਾਮ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਇਆ ਜੀਵਤ ਹੋ ਗਿਆ ਤੇ ਚੌਂਕੜਾ ਮਾਰ ਕਰਕੇ ਬੈਠ ਗਿਆ। ਤੇ ਜਿਸ ਵੇਲੇ ਪੁੱਤਰ ਜਿਉਂਦਾ ਹੋਇਆ ਹਰੀ ਸੈਨ ਸਾਰੀਆਂ ਰਾਣੀਆਂ ਤੇ ਮਹਾਰਾਜ ਦੇ ਚਰਨਾਂ ਤੇ ਢਹਿ ਗਈਆਂ ਤੇ ਕਹਿਣ ਲੱਗੇ, ਹੇ ਬਾਬਾ ਸਾਬਣ ਮੱਲ ਜੀ, ਸਾਡੇ ਉੱਪਰ ਏਡਾ ਪਰਉਪਕਾਰ ਕਰਨਾ ਕੀਤਾ ਹੈ। ਧੰਨ ਬ੍ਰਹਮ ਗਿਆਨੀ ਬਾਬਾ ਸੱਚਨ ਸਾਜੀ ਉਹ ਮਹਾਂਪੁਰਖ ਸਤਿਪੁਰਖ ਹੋਏ ਆ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਗੋਇੰਦਵਾਲ ਦੀ ਪਾਵਨ ਧਰਤੀ ਤੇ 12 ਸਾਲ ਦੇ ਕਰੀਬ ਲੰਗਰਾਂ ਦੇ ਵਿੱਚ ਸੇਵਾਵਾਂ ਕਰਨਾ ਕੀਤੀਆਂ ਨੇ। ਤੇ ਮਹਾਰਾਜ ਕਹਿਣ ਲੱਗੇ, ਆਹ ਦੂਸਰਾ ਜੋੜਾ ਵੀ ਲੈ ਜਾਓ ਤੇ ਜਿਹੜਾ ਵੀ ਇਹਨੂੰ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕੇਗਾ, ਮਸਤਕ ਨਾਲ ਸੁਹਾਵੇਗਾ, ਹਲਕੇ ਹੋਏ ਲੋਕ, ਹੰਜੀਰਾਂ ਵਾਲੇ ਲੋਕ ਔਰ ਜਿਨ੍ਹਾਂ ਨੂੰ ਕਮਲ ਕੁੱਦਿਆ ਹੋਵੇਗਾ ਤੇ ਉਹ ਠੀਕ ਹੋਣਗੇ। ਤੇ ਜਿੰਨਾ ਚਿਰ ਰਹਿੰਦੀ ਦੁਨੀਆ ਇਹ ਕਿਰਪਾ ਵਰਤਦੀ ਰਹੇਗੀ। ਵੱਡੇ ਭਿਆਨਕ ਰੋਗ ਤੇ ਹੰਜੀਰਾਂ ਵਾਲੇ, ਕਮਲੇ ਤੇ ਹਲਕੇ ਕੁੱਤੇ ਦੇ ਕੱਟੇ ਹੋਏ ਤੇ ਫਿਰ ਇੱਥੇ ਵਸ ਨਹੀਂ, ਵੱਡੇ ਭਿਆਨਕ ਰੋਗ, ਕੈਂਸਰਾਂ ਤੱਕ ਦੇ ਰੋਗ, ਜਿਹੜੀਆਂ ਲਾ ਇਲਾਜ ਬਿਮਾਰੀਆਂ ਨੇ ਉਹ ਵੀ ਗੁਰੂ ਦੀ ਕਿਰਪਾ ਨਾਲ ਅੱਜ ਕਿਰਪਾ ਹੋ ਰਹੀ ਹੈ। ਧੰਨ ਬ੍ਰਹਮ ਗਿਆਨੀ ਬਾਬਾ ਸੱਚਨ ਸਾਜੀ ਉਹ ਮਹਾਂਪੁਰਖ ਸਤਿਪੁਰਖ ਹੋਏ ਆ ਜਿਨ੍ਹਾਂ ਨੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਦੀ ਸੇਵਾ ਗੋਇੰਦਵਾਲ ਦੀ ਪਾਵਨ ਧਰਤੀ ਤੇ 12 ਸਾਲ ਦੇ ਕਰੀਬ ਲੰਗਰਾਂ ਦੇ ਵਿੱਚ ਸੇਵਾਵਾਂ ਕਰਨਾ ਕੀਤੀਆਂ ਨੇ। ਤੇ ਬਹੁਤ ਸਾਰੀਆਂ ਵੱਡੀਆਂ ਸਭਾਵਾਂ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਦੇ ਚਰਨਾਂ ਦੀਆਂ ਕਰਨਾ ਕੀਤੀਆਂ ਨੇ। ਇੱਕ ਦਿਨ ਬਾਬਾ ਸਾਬਣ ਮੱਲ ਜੀ ਤੇ ਉਹਨਾਂ ਦੀ ਡਿਊਟੀ ਮਹਾਰਾਜ ਵੱਲੋਂ ਲਗਾਈ ਗਈ। ਉਹਨਾਂ ਦੇ ਭਤੀਜਾ ਜੀ ਸਨ ਗੁਰੂ ਅਮਰਦਾਸ ਮਹਾਰਾਜ ਦੇ, ਉਹਨਾਂ ਨੂੰ ਕਹਿਣਾ ਕੀਤਾ ਕਿ ਲੰਗਰਾਂ ਦੇ ਵਾਸਤੇ ਲੱਕੜਾਂ ਲੈ ਕੇ ਆਉਣਾ ਕਰੋ। ਤੇ ਭਾਈ ਬੱਲੂ ਜੀ ਨੇ ਬੇਨਤੀ ਕਰਨਾ ਕੀਤੀ ਸੀ ਕਿ ਮਹਾਰਾਜ ਗੋਇੰਦਵਾਲ ਦੀ ਪਾਵਨ ਧਰਤੀ ਦੇ ਉੱਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਸੰਗਤਾਂ ਆ ਰਹੀਆਂ ਨੇ, ਉਹਨਾਂ ਨੇ ਵਿਸੇਵਾ ਕਰਨਾ ਕੀਤਾ ਹੈ, ਇੱਥੇ ਘਰ ਮਕਾਨ ਬਣਾ ਰਹੇ ਹੈ ਤੇ ਛੱਤ ਵਾਸਤੇ ਜਾਂ ਲੱਕੜ ਬਾਲਣ ਦੀ ਬਹੁਤ ਵੱਡੀ ਭਾਰੀ ਮਾਤਰਾ ਵਿੱਚ ਲੋੜ ਹੈ। ਤੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਨੇ ਆਪਦੇ ਭਤੀਜੇ ਤੇ ਬ੍ਰਹਮ ਗਿਆਨੀ ਬਾਬਾ ਸਾਬਣ ਮੱਲ ਜੀ ਨੂੰ ਭੇਜਣਾ ਕੀਤਾ ਤੇ ਨਾਲ ਜਿਹੜੀ ਡਿਊਟੀ ਹੈ ਤੇ ਬਾਬਾ ਸਾਬਣ ਮੱਲ ਜੀ ਦੇ ਨਾਲ ਤੇ ਉਹਨਾਂ ਦੇ ਬ੍ਰਹਮ ਗਿਆਨੀ ਬਾਬਾ ਸੱਚਨ ਸਾਜੀ ਦੀ ਲਾਉਣਾ ਕੀਤੀ ਹੈ। ਜਿਸ ਵੇਲੇ ਇੱਥੋਂ ਸੰਕੇਤ ਮੰਡੀ ਗਏ ਆ ਨਾ, ਸੰਕੇਤ ਮੰਡੀ ਹਿਮਾਚਲ ਦੇ ਵਿੱਚ ਜਦੋਂ ਗਏ ਹੈ, ਉੱਥੋਂ ਜਾ ਕਰਕੇ ਲੱਕੜਾਂ ਇਕੱਤਰ ਕਰਨਾ ਚਾਹੀਆਂ। ਸ਼ਾਮ ਨੂੰ ਜਿਸ ਵੇਲੇ ਗਏ ਹੈ ਤੇ ਬ੍ਰਹਮ ਗਿਆਨੀ ਬਾਬਾ ਸੱਚਨ ਸਾਜੀ ਤੇ ਬਾਬਾ ਸਾਬਣ ਮੱਲ ਜੀ ਤੇ ਹੋਰ ਅਨੰਨਕ ਸੇਵਕ ਸਿੱਖ ਨਾਲ ਨੇ, ਜਿਸ ਵੇਲੇ ਗਏ ਆ ਨਾ ਮਹਾਰਾਜ ਉੱਥੇ ਜਾ ਕਰਕੇ ਤੇ ਇਕਾਦਸ਼ੀ ਦਾ ਵਰਤ ਹੈ ਜਿਹੜਾ ਉੱਥੋਂ ਦੇ ਰਾਜੇ ਨੇ ਹਰੀ ਸੈਨ ਨੇ ਜਿਹੜਾ ਰੱਖਣਾ ਕੀਤਾ ਸੀ, ਇਹ ਮੁੱਢ ਕਤੀਬ ਤੋਂ ਚੱਲਿਆ ਆ ਰਿਹਾ। ਤੇ ਜਿਸ ਵੇਲੇ ਵਰਤ ਰੱਖਿਆ ਸੀਗਾ, ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਹੁਕਮ ਸੀ ਵੀ ਜਿਸ ਦਿਨ ਇਕਾਦਸ਼ੀ ਦਾ ਜਿਹੜਾ ਵਰਤ ਹੈ ਕੋਈ ਵੀ ਸ਼ਹਿਰ ਦੇ ਵਿੱਚ ਇਲਾਕੇ ਦੇ ਵਿੱਚ ਪ੍ਰਸ਼ਾਦਾ ਪਾਣੀ ਨਹੀਂ ਤਿਆਰ ਕਰੇਗਾ। ਜਿਸ ਵੇਲੇ ਗੁਰੂ ਕੇ ਸਿੱਖ ਗਏ, ਗੁਰੂ ਕੇ ਸਿੱਖਾਂ ਨੇ ਭੋਜਨ ਪਾਣੀ ਤਿਆਰ ਕਰਕੇ ਤੇ ਉੱਥੇ ਹੋਕਾ ਦੇਣਾ ਕੀਤਾ ਵੀ ਗੁਰੂ ਕਾ ਲੰਗਰ ਹਾਜ਼ਰ ਹੈ, ਜਿਸ ਵੀ ਮਾਈ ਭਾਈ ਨੇ ਛਕਣਾ ਛਕਣ ਦੀ ਕਿਰਪਾਲਤਾ ਕਰੇ। ਤੇ ਜਿਸ ਵੇਲੇ ਸਿਪਾਹੀਆਂ ਨੂੰ ਪਤਾ ਲੱਗਾ, ਸ਼ਿਕਾਇਤ ਹੋਈ ਤੇ ਉਹਨਾਂ ਨੇ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡੱਕ ਦਿੱਤਾ। ਜੇਲ੍ਹ ਦੇ ਵਿੱਚ ਜਿਸ ਵੇਲੇ ਡੱਕਣਾ ਕੀਤਾ ਤੇ ਉਸ ਤੋਂ ਬਾਅਦ ਤੇ ਜਿਹੜਾ ਰਾਜਾ ਹਰੀ ਸੈਨ ਇਹਦਾ ਇਕਲੌਤਾ ਪੁੱਤਰ ਸੀ ਰੁਦਰ ਸੈਨ, ਤੇ ਰੱਬ ਦੀ ਐਸੀ ਅਣਹੋਣੀ ਵਰਤੀ ਤੇ ਜਿਸ ਵੇਲੇ ਉਹਦਾ ਪੁੱਤਰ ਸੀ ਰੁਦਰ ਸੈਨ ਉਹ ਜੀਵਤ ਜਿਹੜਾ ਆਪਣਾ ਮੋਇਆ ਗਿਆ, ਮਾਰਿਆ ਗਿਆ। ਤੇ ਜਿਸ ਵੇਲੇ ਪਤਾ ਲੱਗਿਆ ਕਿ ਇਕਲੌਤਾ ਪੁੱਤਰ ਰੁਦਰ ਸੈਨ ਜਿਹੜਾ ਮਾਰਿਆ ਗਿਆ, ਸਾਰੇ ਸ਼ਹਿਰ ਦੇ ਵਿੱਚ ਮਹਿਲਾਂ ਦੇ ਵਿੱਚ ਹਾਹਾਕਾਰ ਮਚ ਗਈ, ਰਾਣੀਆਂ ਰੋਣ ਧੋਣ ਕਰ ਰਹੀਆਂ ਨੇ, ਰਾਜਾ ਹਰੀ ਸੈਨ ਵੀ ਰੋ ਰਿਹਾ ਹੈ। ਜਿਸ ਵੇਲੇ ਰੋਣ ਦੀ ਆਵਾਜ਼ ਆਈ, ਬਾਬੇ ਸਾਬਣ ਮੱਲ ਨੇ ਪੁੱਛਣਾ ਕੀਤਾ ਕਿ ਰੋਣ ਦੀ ਆਵਾਜ਼ ਕਿੱਧਰੋਂ ਆਈ ਹੈ। ਦੱਸਣਾ ਕੀਤਾ ਸਿਪਾਹੀਆਂ ਨੇ ਕਿ ਸਾਡੇ ਰਾਜਣ ਦਾ ਇਕਲੌਤਾ ਪੁੱਤਰ ਸੀ ਉਹ ਜਿਹੜਾ ਮੋਇਆ ਗਿਆ। ਤਾਂ ਫਿਰ ਵਿਚਾਰ ਹੋਈ ਕਿ ਹੋ ਸਕਦਾ ਜਿਹੜੇ ਰੱਬ ਦੇ ਪਿਆਰੇ ਹੈ ਇਹਨਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਦੇ ਵਿੱਚ ਡੱਕਣਾ ਕੀਤਾ ਹੈ, ਹੋ ਸਕਦਾ ਇਹਨਾਂ ਦਾ ਕੋਈ ਬਰਸਰਾਪ ਹੋ ਗਿਆ ਹੋਵੇ। ਤਾਂ ਫਿਰ ਬਾਬਾ ਸਾਬਣ ਮੱਲ ਜੀ ਨੂੰ ਪੁੱਛਿਆ ਗਿਆ ਕਿ ਕੋਈ ਇਹਨਾਂ ਦਾ ਭਲਾ ਹੋ ਜਾਏ। ਤਾਂ ਉਸ ਸਮੇਂ ਬਾਬਾ ਸਾਬਣ ਮੱਲ ਜੀ ਨੇ ਕਹਿਣਾ ਕੀਤਾ ਕਿ ਅਸੀਂ ਇਹਨਾਂ ਨੂੰ ਜੀਵਤ ਕਰ ਸਕਦੇ ਹਾਂ, ਗੁਰੂ ਨਾਨਕ ਮਹਾਰਾਜ ਕਿਰਪਾ ਕਰੇਗਾ। ਤਾਂ ਜਿਸ ਵੇਲੇ ਗਏ ਸੀ ਨਾ ਬਾਬਾ ਸਾਬਣ ਮੱਲ ਜੀ ਤੇ ਮਹਾਰਾਜ ਗੁਰੂ ਅਮਰਦਾਸ ਮਹਾਰਾਜ ਨੇ ਆਪਣਾ ਮੁਬਾਰਕ ਜਿਹੜਾ ਰੁਮਾਲ ਹੈ ਹੱਥ ਦਾ ਉਹ ਦੇਣਾ ਕੀਤਾ ਸੀ ਤੇ
ਮਹਾਰਾਜ ਨੇ ਕਿਹਾ ਸੀ ਬਾਬਾ ਸਾਬਣ ਮੱਲ ਜੀ ਨੂੰ ਵੀ ਜੋ ਵੀ ਤੁਹਾਡੇ ਮਨ ਦੇ ਵਿੱਚ ਵਿਚਾਰ ਆਵੇਗੀ, ਜੋ ਵੀ ਤੁਸੀਂ ਕਿਸੇ ਦਾ ਭਲਾ ਕਰਨਾ ਚਾਹੋਗੇ, ਤੇ ਇਸ ਰੁਮਾਲ ਦੀ ਕੰਨੀ ਨੂੰ ਭਿਉਂ ਕਰਕੇ ਮੁਖ ਦੇ ਵਿੱਚ ਪਾ ਕਰਕੇ ਤੇ ਜੋ ਵੀ ਸਤਨਾਮ ਵਾਹਿਗੁਰੂ ਦਾ ਆਪ ਕਰੋਗੇ ਉਹੀ ਉਹ ਬਚਨ ਟਲ ਹੋ ਜਾਏਗਾ। ਫਿਰ ਜਿਸ ਵੇਲੇ ਤੇ ਬਾਬਾ ਸਾਬਣ ਮੱਲ ਜੀ ਨੇ ਕਹਿਣਾ ਕੀਤਾ ਤੇ ਉਸੇ ਸਮੇਂ ਹਰੀ ਸੈਨ ਨੇ ਕਹਿਣਾ ਕੀਤਾ ਕਿ ਇਸੇ ਸਮੇਂ ਉਹਨਾਂ ਰੱਬ ਦੇ ਪਿਆਰਿਆਂ ਨੂੰ, ਗੁਰੂ ਕੇ ਸਿੱਖਾਂ ਨੂੰ ਲੈ ਕੇ ਆਉਣਾ ਕਰੋ। ਜਿਸ ਵੇਲੇ ਲੈ ਕੇ ਆਏ ਬਾਬਾ ਸਾਬਣ ਮੱਲ ਜੀ ਨੇ ਜਲ ਦੇ ਵਿੱਚ ਚੁੰਨੀ ਭਿਉਂ ਕਰਕੇ ਸੁੰਦਰ ਰੁਮਾਲ ਦੀ ਤੇ ਸਤਨਾਮ ਵਾਹਿਗੁਰੂ ਕਹਿ ਕੇ ਉਸ ਬਾਲਕ ਰੁਦਰਸੈਨ ਦੇ ਮੁਖ ਦੇ ਵਿੱਚ ਪਾਈ। ਸਤਨਾਮ ਵਾਹਿਗੁਰੂ ਵਾਹਿਗੁਰੂ ਕਹਿੰਦਾ ਹੋਇਆ ਜੀਵਤ ਹੋ ਗਿਆ ਤੇ ਇੱਕ ਚੌਂਕੜਾ ਮਾਰ ਕਰਕੇ ਬੈਠ ਗਿਆ। ਤੇ ਜਿਸ ਵੇਲੇ ਪੁੱਤਰ ਜਿਉਂਦਾ ਹੋਇਆ ਹਰੀ ਸੈਨ ਸਾਰੀਆਂ ਰਾਣੀਆਂ ਤੇ ਮਹਾਰਾਜ ਦੇ ਚਰਨਾਂ ਤੇ ਢਹਿ ਗਈਆਂ ਤੇ ਕਹਿਣ ਲੱਗੇ, ਹੇ ਬਾਬਾ ਸਾਬਣ ਮੱਲ ਜੀ, ਸਾਡੇ ਉੱਪਰ ਐਡਾ ਪਰਉਪਕਾਰ ਕਰਨਾ ਕੀਤਾ ਤੇ ਕਿਰਪਾ ਦੇ ਘਰ ਵਿੱਚ ਆ ਕਰਕੇ ਨਾ ਸਾਨੂੰ ਵੀ ਆਪਣਾ ਉਪਦੇਸ਼ ਦੇਣਾ ਕਰੋ। ਬਾਬਾ ਸਾਬਣ ਮੱਲ ਜੀ ਕਹਿਣ ਲੱਗੇ ਕਿ ਅਸੀਂ ਰਾਜਨ, ਸਾਡਾ ਕੋਈ ਐਸਾ ਕੰਮ ਨਹੀਂ ਸੀ ਜਿਹਦੇ ਕਰਕੇ ਕੋਈ ਤੁਹਾਡੇ ਸ਼ਹਿਰ ਨੂੰ ਜਾਂ ਤੁਹਾਡੀ ਮਰਿਆਦਾ ਨੂੰ ਤੋੜਨ ਵਾਸਤੇ ਆਏ ਸੀ। ਅਸੀਂ ਤਾਂ ਗੁਰੂ ਨਾਨਕ ਦੇ ਮਿਸ਼ਨ ਨੂੰ ਲੈ ਕਰਕੇ ਪ੍ਰਚਾਰ ਤੇ ਪ੍ਰਸਾਰ ਕਰ ਰਹੇ ਹਾਂ ਤੇ ਦੁਖੀਆਂ ਦਰਿੰਦਿਆਂ ਦੀਆਂ ਸੇਵਾਵਾਂ ਕਰ ਰਹੇ ਹਾਂ। ਤਾਂ ਉਸ ਸਮੇਂ ਕਹਿਣਾ ਕੀਤਾ, ਅਸੀਂ ਇਧਰੋਂ ਪਹਾੜੀ ਇਲਾਕੇ ਦੇ ਵਿੱਚੋਂ ਵਧੀਆ ਲੱਕੜ ਲੈਣ ਵਾਸਤੇ ਆਏ ਸੀ। ਤਾਂ ਹਰੀ ਸੈਨ ਨੇ ਕਹਿਣਾ ਕੀਤਾ, ਇਹ ਸੇਵਾ ਮੈਨੂੰ ਦਿੱਤੀ ਜਾਏ। ਤਾਂ ਫਿਰ ਸਾਰੀ ਜਿਹੜੀ ਲੱਕੜ ਦੀ ਸੇਵਾ ਹਰੀ ਸੈਨ ਨੇ ਬਿਆਸਾ ਦਰਿਆ ਦੇ ਰਾਹੀਂ ਕਰਾਉਣਾ ਕੀਤੀ ਹੈ। ਤੇ ਉਸ ਤੋਂ ਉਪਰੰਤ ਜਿਸ ਵੇਲੇ ਫਿਰ ਵਾਪਸ ਫਿਰ ਮਹਾਰਾਜ ਨੇ ਸੁਨੇਹਾ ਘੱਲ ਕਰਕੇ ਇਹਨਾਂ ਨੂੰ ਬੁਲਾਉਣਾ ਕੀਤਾ। ਤਾਂ ਜਿਸ ਵੇਲੇ ਬਾਬਾ ਸਾਬਣ ਮੱਲ ਜੀ ਥੋੜਾ ਜਿਹਾ ਮਾਨ ਦੇ ਵਿੱਚ ਆ ਗਏ, ਮਹਾਰਾਜ ਨੇ ਕਿਰਪਾ ਦੇ ਨਾਲ ਉਹ ਜਿਹੜੀ ਉਹਨਾਂ ਦੀ ਸੁੰਦਰ ਰੁਮਾਲ ਸੀ ਉਹ ਵਾਪਸ ਲੈਣਾ ਕੀਤੀ ਹੈ। ਵਾਪਸ ਲੈ ਕਰਕੇ ਜਿਸ ਵੇਲੇ ਫਿਰ ਦੇਖਣਾ ਕੀਤਾ, ਬਾਬਾ ਸਾਬਣ ਮੱਲ ਪਛਤਾਇਆ ਹੈ, ਮਾਨ ਕਰ ਗਿਆ ਸੀ, ਕਿਉਂਕਿ ਮਹਾਰਾਜ ਦਾ ਹੁਕਮ ਹੈ ਹਰ ਜੂ ਹੰਕਾਰ ਨਾ ਭਾਵਈ ਵੇਦ ਕੂਕ ਸੁਣਾਵੇ। ਤੇ ਜਿਸ ਵੇਲੇ ਫਿਰ ਬਖਸ਼ਿਸ਼ਾਂ ਜਿਹੜੀਆਂ ਹੋਈਆਂ ਸੀ ਵਾਪਸ ਹੋਈਆਂ, ਬਾਬਾ ਸਾਬਣ ਮੱਲ ਜੀ ਕਹਿਣ ਲੱਗੇ ਨਾ ਅਸੀਂ ਹੁਣ ਆਪਦੇ ਨਗਰ ਆਪਦੇ ਇਲਾਕੇ ਚੱਲੇ ਆ। ਤਾਂ ਆਪਣਾ ਹਰੀ ਸੈਨ ਕਹਿਣ ਲੱਗਾ, ਮਹਾਰਾਜ ਤੇ ਜਿਸ ਤੁਹਾਡੇ ਗੁਰੂ ਵਿੱਚ ਕਿੰਨੀ ਸ਼ਕਤੀ ਹੋਵੇਗੀ, ਜਿਹਦੇ ਸਿੱਖ ਵਿੱਚ ਇੰਨੀ ਸ਼ਕਤੀ ਹੈ। ਜਿਸ ਵੇਲੇ ਫਿਰ ਕਹਿੰਦੇ ਕਿ ਅਸੀਂ ਪਰਜਾ ਸਮੇਤ ਆਪਦੇ ਈਰਾਂ ਵਜ਼ੀਰਾਂ ਸਮੇਤ ਰਾਣੀਆਂ ਸਮੇਤ ਚੱਲਾਂਗੇ। ਜਿਸ ਵੇਲੇ ਉੱਥੋਂ ਸੰਕੇਤ ਮੰਡੀ ਤੋਂ ਚੱਲ ਕਰਕੇ ਆਏ ਹੈ, ਗੋਇੰਦਵਾਲ ਪਾਵਨ ਧਰਤੀ ਤੇ ਆਏ ਹੈ। ਜਿਸ ਵੇਲੇ ਮਹਾਰਾਜ ਦਾ ਹੁਕਮ ਸੀ ਵੀ ਜਿਹੜਾ ਵੀ ਗੁਰੂ ਦਰਬਾਰ ਚੱਲ ਕਰਕੇ ਆਵੇ, ਪਹਿਲੋਂ ਪੰਗਤ ਪਾਛੇ ਸੰਗਤ ਭੋਜਨ ਪਾਣੀ ਛਕ ਕਰਕੇ ਉਪਰੰਤ ਸਾਡੇ ਦਰਬਾਰ ਦੇ ਵਿੱਚ ਆ ਕੇ ਦਰਸ਼ਨ ਪਰਸ਼ਨ ਕਰ ਸਕਦਾ ਹੈ। ਜਿਸ ਵੇਲੇ ਆਏ ਨਾ, ਮਹਾਰਾਜ ਦਾ ਹੁਕਮ ਸੀ ਸਾਡੇ ਲਿਵਾਸ ਦੇ ਵਿੱਚ ਆਉਣਾ, ਕਿਸੇ ਨੇ ਵੀ ਕੋਈ ਹਾਰ ਸ਼ਿੰਗਾਰ ਕਰਕੇ ਨਹੀਂ ਆਉਣਾ। ਜਿਸ ਵੇਲੇ ਆਏ ਨਾ ਚੱਲ ਕਰਕੇ, ਤਾਂ ਜਿਹੜੀ ਇਹ ਹਰੀ ਸੈਨ ਦੀ ਰਾਣੀ ਸੀਗੀ, ਨਵ ਵਿਆਹੀ ਸੀ, ਅਜੇ ਨਵੀਂ ਉਮਰ ਸੀ। ਤੇ ਜਿਸ ਵੇਲੇ ਨਾ ਫਿਰ ਗੁਰੂ ਕੇ ਦਰਬਾਰ ਆਉਣ ਲੱਗੀ ਤੇ ਇਹਨੇ ਆਪਦਾ ਘੁੰਡ ਕੱਢ ਲਿਆ। ਜਿਸ ਵੇਲੇ ਮੁਖ ਛਪਾਇਆ, ਸਤਿਗੁਰੂ ਅਮਰਦਾਸ ਮਹਾਰਾਜ ਨੇ ਬਚਨ ਛੱਡਿਆ ਤੇ ਮਹਾਰਾਜ ਕਹਿਣ ਲੱਗੇ, ਭਾਈ ਇਸ ਕਾਮੜੀ ਨੂੰ ਦੱਸਿਆ ਨਹੀਂ ਕਿਸੇ ਨੇ ਗੁਰੂ ਦਰਬਾਰ ਦੇ ਵਿੱਚ ਕਿਸ ਤਰ੍ਹਾਂ ਆਉਣਾ ਹੈ, ਸਾਧ ਬਚਨ ਅਟਲਾਦਾ। ਜਿਸ ਵੇਲੇ ਗੁਰੂ ਨੇ ਬਚਨ ਛੱਡੇ, ਰਾਣੀ ਨੂੰ ਝੱਲ ਹੋ ਗਿਆ, ਕਾਮਲੀ ਹੋ ਗਈ ਤੇ ਉਸੇ ਸਮੇਂ ਜੰਗਲ ਨੂੰ ਦੌੜ ਗਈ। ਨੰਗੇ ਪੈਰੀ ਕੱਪੜੇ ਪਾੜ ਲਏ ਤੇ ਸਿਰ ਦੇ ਜਿਹੜੇ ਵਾਲ ਸੀ ਉਹ ਖੋਲ ਲਏ ਤੇ ਇਹ ਕਹਿ ਲਓ ਵੀ ਇੱਕ ਪਾਗਲ ਅਵਸਥਾ ਦੇ ਵਿੱਚ ਤੇ ਹੋ ਕਰਕੇ ਜਦੋਂ ਜੰਗਲਾਂ ਨੂੰ ਦੌੜੀ। ਇਹ ਜਿਹੜਾ ਬਾਬਾ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਸਨ, ਇਹ ਜੰਗਲ ਦੇ ਵਿੱਚ ਲੱਕੜਾਂ ਲੈ ਕੇ ਆਉਣ ਦੀ ਸੇਵਾ ਕਰਦੇ ਹੁੰਦੇ ਸਨ। ਤੇ ਆ ਕੇ ਜਿਸ ਵੇਲੇ 2-4 ਦਿਨ ਗਏ ਆ ਨਾ, ਤੇ ਉਹ ਰਾਣੀ ਹੈ ਜਿਹੜੀ ਇਹਨਾਂ ਨੂੰ ਤੰਗ ਪਰੇਸ਼ਾਨ ਕਰਿਆ ਕਰੇ, ਲੱਕੜਾਂ ਖਿਲਾਰਿਆ ਕਰੇ, ਝਗਾੜਾ ਮਾਰਿਆ ਕਰੇ ਤੇ ਬਾਬੇ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਨੂੰ ਸੱਟ ਫੇਟਾਂ ਵੀ ਕਈ ਵਾਰੀ ਮਾਰ ਦਿਆ ਕਰੇ। ਜਿਸ ਵੇਲੇ ਉਦਾਸ ਜਿਹੇ ਰਹਿਣ ਲੱਗੇ, ਇੱਕ ਦਿਨ ਮਹਾਰਾਜ ਨੇ ਪੁੱਛਣਾ ਕੀਤਾ, ਗੁਰੂ ਅਮਰਦਾਸ ਨੇ ਕਹਿਣ ਲੱਗੇ, ਸਾਨੂੰ ਦੱਸਣਾ ਕਰੋ ਕਿ ਤੁਸੀਂ ਤੁਹਾਡੇ ਚਿਹਰੇ ਦੇ ਉੱਪਰ ਉਦਾਸੀ ਕੀ ਹੈ। ਗੁਰੂ ਕੇ ਸਿੱਖ ਦੇ ਚਿਹਰੇ ਤੋਂ ਤਾਂ ਰੂਹਾਨੀਅਤ ਖੁਸ਼ੀ ਹੋਣੀ ਚਾਹੀਦੀ ਹੈ। ਤੇ ਗੁਰੂ ਅਮਰਦਾਸ ਮਹਾਰਾਜ ਨੂੰ ਦੱਸਣਾ ਕੀਤਾ, ਮਹਾਰਾਜ ਤੇ ਜਿਹੜੀ ਰਾਣੀ ਤੁਹਾਡੇ ਬਚਨਾਂ ਕਰਕੇ ਕਾਮਲੀ ਹੋਈ ਸੀ, ਉਹ ਜੰਗਲ ਦੇ ਵਿੱਚ ਬੜਾ ਤੰਗ ਪਰੇਸ਼ਾਨ ਕਰਦੀ ਹੈ। ਤੇ ਆਪ ਜੇ ਕਿਰਪਾ ਦੇ ਘਰ ਵਿੱਚ ਆਕੋ ਤੇ ਕਿਰਪਾ ਕਰਦੇ ਹੋ ਤਾਂ ਹੋ ਸਕਦਾ ਉਸ ਵਿਚਾਰੀ ਦਾ ਭਲਾ ਹੋ ਜਾਵੇ। ਰੁਦਰਸੈਨ ਰਾਜਾ ਹਰੀ ਸੈਨ ਇਹ ਆਪਣੀਆਂ ਰਾਣੀਆਂ ਨੂੰ ਲੈ ਕੇ ਚਲਿਆ ਗਿਆ ਸੀ ਸੰਕੇਤ ਮੰਡੀ। ਇਹ ਕਹਿ ਚੁੱਕਿਆ ਸੀ ਮਹਾਰਾਜ ਨੂੰ, ਮਹਾਰਾਜ ਜਿਹੜੀ ਰਾਣੀ ਨੇ ਤੁਹਾਡਾ ਵਚਨ ਨਹੀਂ ਮੰਨਿਆ, ਮੇਰਾ ਉੱਥੇ ਕੀ ਹੈ, ਜੇ ਕਦੇ ਆ ਗਈ ਉਹ ਤੇ ਕਿਰਪਾ ਹੋਈ, ਕਿਰਪਾ ਕਰ ਦਿਓ, ਮੈਂ ਆਪਦੇ ਦੇਸ਼ ਚੱਲਿਆ, ਮੈਂ ਉੱਥੇ ਆਪਦੇ ਕੰਮ ਕਾਜ ਸੰਭਾਲਣੇ ਆ। ਤੇ ਮਹਾਰਾਜ ਨੇ ਕਹਿਣਾ ਕੀਤਾ ਬਾਬੇ ਸਚਨ ਸਾਜੀ ਨੂੰ ਕਿ ਤੁਸੀਂ ਇਸ ਤਰ੍ਹਾਂ ਕਰਿਓ, ਜਿਸ ਵੇਲੇ ਤੁਸੀਂ ਸਵੇਰੇ ਜਾਣਾ ਨਾ ਉਸ ਸਮੇਂ ਸਾਡੇ ਪਾਸ ਆ ਜਾਓ। ਤੇ ਮਹਾਰਾਜ ਨੇ ਆਪਣਾ ਜੋੜਾ ਸਾਹਿਬ ਚਰਨਾਂ ਦਾ ਦੇਣਾ ਕੀਤਾ। ਜਿਸ ਵੇਲੇ ਰਾਣੀ ਆਵੇ ਉਹਨਾਂ ਦੇ ਮਸਤਕ ਨਾਲ ਸੁਹਾ ਦੇਣਾ। ਜਿਸ ਵੇਲੇ ਫਿਰ ਉਸੇ ਤਰ੍ਹਾਂ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਨੇ ਕਰਨਾ ਕੀਤਾ। ਜਿਸ ਵੇਲੇ ਰਾਣੀ ਆਈ ਨਾ, ਕਮਲ ਉਹਨੂੰ ਕੁੱਦਿਆ ਸੀ। ਜਿਸ ਵੇਲੇ ਬਾਬਾ ਜੀ ਦੇ ਉੱਪਰ ਹਮਲਾ ਕਰਨ ਵਾਸਤੇ ਆਈ ਹੈ ਤੇ ਬ੍ਰਹਮ ਗਿਆਨੀ ਬਾਬਾ ਸਚਨ ਸਾਜੀ ਨੇ ਉਹ ਸਤਿਗੁਰਾਂ ਦਾ ਜਿਹੜਾ ਜੋੜਾ ਸਾਹਿਬ ਸੀ ਮਸਤਕ ਨਾਲ ਸੁਹਾ ਦਿੱਤਾ। ਉਹ ਰਾਣੀ ਨੂੰ ਸੁੱਧ ਬੁੱਧ ਆ ਗਈ, ਠੀਕ ਹੋ ਗਈ। ਜਿਸ ਵੇਲੇ ਠੀਕ ਹੋਈ ਤੇ ਨਗੜ ਅਵਸਥਾ ਸੀ ਤੇ ਇੱਕ ਦਰਖਤ ਦੇ ਉਹਲੇ ਹੋ ਕੇ ਬਹਿ ਗਈ। ਕਹਿਣ ਲੱਗੀ, ਗੁਰੂ ਕੇ ਪੁਰਖਾ, ਮੈਂ ਨਗਨ ਅਵਸਥਾ ਦੇ ਵਿੱਚ ਹੈ, ਆਪ ਕਿਰਪਾ ਕਰ ਤੇ ਮੈਨੂੰ ਕੋਈ ਐਸਾ ਵਸਤਰ ਕਿਰਪਾ ਕਰਦੇ ਮੈਨੂੰ ਦੇ ਦੇ। ਬਾਬਾ ਜੀ ਨੇ ਇੱਕ ਮੋਢੇ ਦੇ ਉੱਪਰ ਇੱਕ ਚਾਦਰ ਰੱਖਦੇ ਹੁੰਦੇ ਸਨ ਪੁਰਾਣੇ ਬਜ਼ੁਰਗ, ਜਾਂ ਇੱਕ ਲੱਕ ਨਾਲ ਕਮਰ ਕਸਾ ਰੱਖਦੇ ਸਨ।
ਤੇ ਬਾਬਾ ਜੀ ਨੇ ਆਪਣਾ ਲੱਕ ਦਾ ਕਮਰ ਕਸਾ ਖੋਲ ਕਰਕੇ ਇਸ ਰਾਣੀ ਨੂੰ ਦੇਣਾ ਕੀਤਾ। ਰਾਣੀ ਨੇ ਆਪਦੇ ਨਗੇਜ ਨੂੰ ਢਕਿਆ, ਨਗੇਜ ਨੂੰ ਢਕਿਆ। ਜਦੋਂ ਚੱਲਣ ਲੱਗਿਆ ਨਾ ਬਾਬਾ ਜੀ ਬ੍ਰਹਮ ਗਿਆਨੀ ਸੱਚਨ ਸਾਜੀ, ਤਾਂ ਰਾਣੀ ਕਹਿਣ ਲੱਗੀ ਗੁਰੂ ਕੇ ਪੁਰਖਾ, ਹੇ ਸਤਿਪੁਰਖ ਬਾਬਾ ਜੀ, ਮੈਨੂੰ ਜੇ ਠੀਕ ਕਰਨਾ ਕੀਤਾ, ਮੈਨੂੰ ਉੱਥੇ ਜੰਗਲ ਵਿੱਚ ਕਿਹਦੇ ਆਸਰੇ ਛੱਡ ਕੇ ਚੱਲੇ ਹੋ? ਕਿਰਪਾ ਦੇ ਘਰ ਵਿੱਚ ਆਓ, ਮੈਨੂੰ ਨਾਲ ਲੈ ਕੇ ਚੱਲਣਾ ਕਰੋ। ਉਸੇ ਵੇਲੇ ਰਾਣੀ ਨੂੰ ਨਾਲ ਲੈ ਲਿਆ। ਅੱਧੀਆਂ ਲੱਕੜਾਂ ਰਾਣੀ ਨੇ ਚੁੱਕੀਆਂ ਨੇ, ਅੱਧੀਆਂ ਮਹਾਰਾਜ ਨੇ, ਬਾਬਾ ਸੱਚਨ ਸਾਜ ਜੀ ਨੇ ਚੁੱਕੀਆਂ ਨੇ। ਗੁਰੂ ਕਾ ਦਰਬਾਰ ਲੱਗਿਆ। ਜਿਸ ਵੇਲੇ ਮਹਾਰਾਜ ਜੀ ਤਖਤ ਤੇ ਸੁਭਾਏਮਾਨ ਨੇ, ਤੁਹਾਡੇ ਵਰਗੀਆਂ ਸਾਰੀਆਂ ਸੰਗਤਾਂ ਗੁਰੂ ਦਰਬਾਰ ਸਜੀਆਂ ਹੋਈਆਂ ਨੇ। ਮਹਾਰਾਜ ਜਿਸ ਵੇਲੇ ਆਏ ਨਾ, ਮਹਾਰਾਜ ਗੁਰਤਾ ਗੱਦੀ ਤੇ ਸੁਭਾਏਮਾਨ ਨੇ। ਜਿਸ ਵੇਲੇ ਬਾਬਾ ਸੱਚਨ ਸਾਜੀ ਤੇ ਕਮਲੀ ਰਾਣੀ ਤੇ ਲੱਕੜਾਂ ਦੀ ਸੇਵਾ ਲੈ ਕਰਕੇ ਆਈ ਹੈ, ਮਹਾਰਾਜ ਨੇ ਮੁਖਾਰ ਬਿੰਦ ਚੋਂ ਬਚਨ ਛੱਡਣਾ ਕੀਤਾ। ਮਹਾਰਾਜ ਕਹਿਣ ਲੱਗੇ ਗੁਰੂ ਦੇ ਸਿੱਖੋ, ਵੇਖਣਾ ਕਰੋ ਤੇ ਕਿੰਨੀ ਸੋਹਣੀ ਜੋੜੀ ਫਬੀ ਆ ਰਹੀ ਹੈ। ਜਦੋਂ ਬਚਨ ਹੋਇਆ, ਬਾਬਾ ਸੱਚਨ ਸਾਜੀ ਨੇ ਕਹਿ ਦਿੱਤਾ ਮਹਾਰਾਜ ਇੱਕ ਐਸਾ ਬਚਨ ਛੱਡਿਆ। ਮਹਾਰਾਜ ਕਹਿੰਦੇ ਇਹ ਬਚਨ ਹੋ ਚੁੱਕੇ ਹੈ, ਤੁਹਾਨੂੰ ਰੱਖਣਾ ਪਵੇਗਾ। ਬਾਬਾ ਜੀ ਕਹਿਣ ਲੱਗੇ ਸਾਡੀ ਪਹਿਲਾਂ ਸ਼ਾਦੀ ਹੋ ਚੁੱਕੀ ਹੈ। ਮਹਾਰਾਜ ਕਹਿਣ ਲੱਗੇ ਨਹੀਂ, ਜਿਹੜਾ ਬਚਨ ਹੋ ਗਿਆ ਨਾ ਇਹ ਤੁਹਾਨੂੰ ਕਰਨਾ, ਆਪਣਾ ਪੂਰਾ ਨਿਭਾਉਣਾ ਪਵੇਗਾ। ਤੇ ਮਹਾਰਾਜ ਕਹਿਣ ਲੱਗੇ ਆਹ ਦੂਸਰਾ ਜੋੜਾ ਵੀ ਲੈ ਜਾਓ, ਤੇ ਜਿਹੜਾ ਵੀ ਇਹਨੂੰ ਸ਼ਰਧਾ ਭਾਵਨਾ ਦੇ ਨਾਲ ਮੱਥਾ ਟੇਕੇਗਾ, ਮਸਤਕ ਨਾਲ ਸੁਹਾਵੇਗਾ, ਹਲਕੇ ਹੋਏ ਲੋਕ, ਹੰਜੀਰਾਂ ਵਾਲੇ ਲੋਕ, ਔਰ ਜਿਨ੍ਹਾਂ ਨੂੰ ਕਮਲ ਕੁੱਦਿਆ ਹੋਵੇਗਾ, ਤੇ ਉਹ ਠੀਕ ਹੋਣਗੇ। ਤੇ ਜਿੰਨਾ ਚਿਰ ਰਹਿੰਦੀ ਦੁਨੀਆ ਇਹ ਕਿਰਪਾ ਵਰਤਦੀ ਰਹੇਗੀ। ਤੇ ਉਹ ਜੋੜਾ ਸਾਹਿਬ ਜਿਸ ਵੇਲੇ ਫਿਰ ਪਾਕਿਸਤਾਨ ਦੇ ਵਿੱਚ ਬਾਬਾ ਜੀ ਦਾ ਧੁੰਨੀ ਪਿੰਡ ਸੀਗਾ, ਤੇ ਉੱਥੇ ਲੈ ਕਰਕੇ ਗਏ ਹੈ। ਤੇ ਬਾਬਾ ਜੀ ਦੀ ਜਿਹੜੀ ਪਹਿਲੀ ਪਤਨੀ ਸੀ, ਤੇ ਇੱਕ ਜਿਹੜੀ ਕਮਲੀ ਰਾਣੀ ਠੀਕ ਹੋਈ ਹੈ, ਇੱਕ ਜੋੜਾ ਉਹਨਾਂ ਨੂੰ ਦੇਣਾ ਕੀਤਾ ਜਿਹੜੀ ਪਹਿਲਾਂ ਹੀ ਰਾਣੀ ਦੀ ਔਲਾਦ ਹੈ। ਤੇ ਉਹ ਜਿਹੜਾ ਦੂਸਰਾ ਜੋੜਾ ਜਿਹੜਾ ਸੈਦੇਵਾਲ ਦੀ ਸਾਡੀ ਪਾਵਨ ਧਰਤੀ ਤੇ ਹੈ, ਇਹ ਉਹ ਕਮਲੀ ਰਾਣੀ ਦੀ ਔਲਾਦ ਹੈ ਜਿਹੜੀ ਉਹਨਾਂ ਨੂੰ ਜੋੜਾ ਦੇਣਾ ਕੀਤਾ। ਇੱਕ ਜਿਹੜਾ ਜੋੜਾ ਇਸ ਟਾਈਮ ਤੇ ਪਿੱਪਲਥੇ ਦੀ ਪਾਵਨ ਧਰਤੀ ਤੇ ਹੈ, ਇੱਕ ਜੋੜਾ ਸਾਹਿਬ ਹੈ ਜਿਹੜਾ ਸੈਦੇਵਾਲ ਦੀ ਪਾਵਨ ਧਰਤੀ ਤੇ ਹੈ। ਸੰਸਾਰ ਭਰ ਦੇ ਵਿੱਚੋਂ, ਦੇਸ਼ਾਂ ਵਿਦੇਸ਼ਾਂ ਦੇ ਵਿੱਚੋਂ ਅਨੇਕਾਂ ਹੀ ਸੰਗਤਾਂ ਨਤਮਸਤਕ ਹੋਣ ਵਾਸਤੇ ਆਉਂਦੀਆਂ ਨੇ, ਤੇ ਸਤਿਗੁਰਾਂ ਦੀ ਬਹੁਤ ਵੱਡੀ ਕਿਰਪਾ ਹੋ ਰਹੀ ਹੈ। ਤੇ ਇੱਥੇ ਵੱਡੇ ਵੱਡੇ ਭਿਆਨਕ ਰੋਗ ਤੇ ਹਜੀਰਾਂ ਵਾਲੇ, ਕਾਮਲੇ ਤੇ ਹਲਕੇ ਕੁੱਤੇ ਦੇ ਕੱਟੇ ਹੋਏ, ਤੇ ਫਿਰ ਇੱਥੇ ਹੀ ਵਸ ਨਹੀਂ, ਵੱਡੇ ਵੱਡੇ ਭਿਆਨਕ ਰੋਗ, ਕੈਂਸਰਾਂ ਤੱਕ ਦੇ ਰੋਗ, ਜਿਹੜੀਆਂ ਲਾ ਇਲਾਜ ਬਿਮਾਰੀਆਂ ਨੇ, ਉਹ ਵੀ ਗੁਰੂ ਦੀ ਕਿਰਪਾ ਨਾਲ ਅੱਜ ਕਿਰਪਾ ਹੋ ਰਹੀ ਹੈ। ਤੇ ਉਸ ਮਹਾਨ ਆਤਮਾ ਬ੍ਰਹਮ ਗਿਆਨੀ ਬਾਬਾ ਸੱਚਨ ਸਾਧ ਦੀ ਸਾਲਾਨਾ ਵਰਸੀ ਤੇ ਸੈਦੇਵਾਲ ਦੀ ਪਾਵਨ ਧਰਤੀ ਤੇ ਸਮੂਹ ਬਾਬਾ ਜੀ ਦੀ ਜਿਹੜੀ ਬਰਾਦਰੀ ਹੈ, ਮੱਲ ਪਰਿਵਾਰ, ਉਹਨਾਂ ਦੇ ਸਹਿਯੋਗ ਦੇ ਨਾਲ, ਸਾਰੇ ਇਲਾਕੇ ਦੇ ਸਹਿਯੋਗ ਨਾਲ ਹਰ ਸਾਲ ਦੀ ਤਰ੍ਹਾਂ ਵੱਡੇ ਧੂਮਧਾਮ ਨਾਲ ਮਨਾਈ ਜਾਂਦੀ ਹੈ। ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਤੇ ਤਤਪਰ ਹੁੰਦੀਆਂ ਨੇ, ਗੁਰੂ ਚਰਨਾਂ ਵਿੱਚ ਆਉਂਦੀਆਂ ਨੇ। ਹਰ ਸਾਲ ਦੀ ਤਰ੍ਹਾਂ ਮਹੀਨਾ ਮੱਸਿਆ ਦਾ ਮੇਲਾ ਜਿਹੜਾ ਉਹ ਵੀ ਬਹੁਤ ਵੱਡੀ ਧੂਮਧਾਮ ਨਾਲ ਇੱਥੇ ਮਨਾਇਆ ਜਾਂਦਾ ਹੈ। ਵੈਸੇ ਤਾਂ ਐਤਵਾਰ ਸੋਮਵਾਰ ਦੇ ਦਿਨ ਵੀ ਇੱਥੇ ਬਹੁਤ ਵੱਡੇ ਇਕੱਠ ਹੈ। ਤੇ ਹੁਣ ਤੇ ਮਹਾਰਾਜ ਦੀ ਕਿਰਪਾ ਦੇ ਨਾਲ ਨਾਨਾ ਪ੍ਰਕਾਰ ਦੀਆਂ ਸੰਗਤਾਂ, ਬੇਅੰਤ ਸੰਗਤਾਂ ਰੋਜ਼ਾਨਾ ਦੀ ਤਰ੍ਹਾਂ ਆ ਰਹੀਆਂ ਨੇ। ਬਹੁਤ ਵੱਡੀ ਗੁਰੂ ਦੀ ਕਿਰਪਾ ਸਾਰੇ ਸਾਡੇ ਇਲਾਕੇ ਦੇ ਵਿੱਚ ਉੱਪਰ ਬ੍ਰਹਮ ਗਿਆਨੀ ਬਾਬਾ ਸੱਚਨ ਸਾਧ ਜੀ ਦੀ ਕਿਰਪਾ, ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ, ਤੇ ਬ੍ਰਹਮ ਗਿਆਨੀ ਬਾਬਾ ਸੱਚਨ ਸਾਧ ਜੀ ਦੇ ਜੀਵਨ ਤੋਂ ਇਹ ਸਿੱਖਿਆ ਮਿਲਦੀ ਹੈ ਕਿ ਗੁਰੂ ਕੇ ਸਿੱਖੇ ਨੇ ਗੁਰੂ ਕਾ ਬਚਨ ਕਿਵੇਂ ਕਮਾਉਣਾ ਹੈ, ਸੇਵਾ ਕਿਵੇਂ ਕਰਨੀ ਹੈ, ਗੁਰੂ ਦਾ ਬਚਨ ਕਿਵੇਂ ਮੰਨਣਾ ਹੈ। ਉਸ ਲੜੀ ਤਹਿਤ ਅੱਜ ਵੀ ਗੁਰੂ ਦੀਆਂ ਕਿਰਪਾਵਾਂ ਵਰਤ ਰਹੀਆਂ ਨੇ, ਧੰਨ ਗੁਰੂ ਅਮਰਦਾਸ ਮਹਾਰਾਜ ਦੀਆਂ। ਉਸੇ ਲੜੀ ਤਹਿਤ ਤੇ ਸਾਰੇ ਇਲਾਕੇ ਦੇ ਉੱਪਰ ਬਹੁਤ ਵੱਡੀ ਗੁਰੂ ਅਮਰਦਾਸ ਮਹਾਰਾਜ ਦੀ ਕਿਰਪਾ ਹੈ। ਅਸੀਂ ਕਾਮਨਾ ਕਰਦੇ ਹਾਂ ਧੰਨ ਗੁਰੂ ਅਮਰਦਾਸ ਮਹਾਰਾਜ ਸਾਰੇ ਇਲਾਕੇ ਦੇ ਉੱਪਰ ਕਿਰਪਾ ਕਰਨ। ਇਤਿਹਾਸ ਦੇ ਵਿੱਚ ਇਹਨਾਂ ਦਾ ਨਾਮ ਹੈ ਜਿਹੜਾ ਬ੍ਰਹਮ ਗਿਆਨੀ ਸੱਚਨ ਸੱਚ, ਕਿਉਂਕਿ ਸੱਚ ਵਚਨ ਦੇ ਅਧਿਕਾਰੀ ਸਨ, ਸੱਚ ਬੋਲਦੇ ਸਨ। ਇੱਕ ਇਹਨਾਂ ਦਾ ਨਾਮ ਸੀ ਬਾਬਾ ਭੂਰੀ ਵਾਲਾ ਵੀ ਇਹਨਾਂ ਨੂੰ ਕਹਿੰਦੇ ਸਨ, ਕਿਉਂਕਿ ਮੋਢੇ ਦੇ ਉੱਪਰ ਭੂਰਾ ਰੱਖਦੇ ਸਨ। ਤੇ ਬਾਬਾ ਚੈਨਮੱਲ ਵੀ ਇਹਨਾਂ ਦਾ ਜਿਹੜਾ ਨਾਮ ਪਿਆ, ਇਸ ਕਰਕੇ ਵੱਖ-ਵੱਖ ਨਾਮ, ਸੇਵਾ ਦੇ ਖਿਤਾਬ ਇਹਨਾਂ ਨੂੰ ਮਿਲੇ। ਤੇ ਧੰਨ ਗੁਰੂ ਅਮਰਦਾਸ ਮਹਾਰਾਜ ਨੇ ਇਹਨਾਂ ਦੇ ਉੱਪਰ ਕਿਰਪਾ ਕੀਤੀ। ਅੱਜ ਵੀ ਸੈਦੇਵਾਲ ਦੀ ਇਸ ਪਾਵਨ ਧਰਤੀ ਦੇ ਉੱਪਰ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦੇ ਪਵਿੱਤਰ ਜੋੜਾ ਸਾਹਿਬ ਦੇ ਦਰਸ਼ਨ ਪਰਸ਼ਨ ਕਰਕੇ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਦਰਸ਼ਨ ਕਰਕੇ ਸਿੱਖਾਂ ਸੰਗਤਾਂ ਵਡਭਾਗੀਆਂ ਬਣ ਰਹੀਆਂ ਨੇ ਤੇ ਆਪਦੇ ਦੁੱਖਾਂ ਦੀ ਨਿਮਰਤੀ ਤੇ ਸੁੱਖਾਂ ਦੀ ਪ੍ਰਾਪਤੀ ਕਰ ਰਹੀਆਂ ਨੇ। ਸੈਦੇਵਾਲ ਦੀ ਪਾਵਨ ਧਰਤੀ ਤੇ ਜਿਹੜੀਆਂ ਮੁੱਖ ਸਮਾਵਾਂ ਨੇ, ਬਾਬਾ ਜਰਨੈਲ ਸਿੰਘ ਜੀ ਹੈੱਡ ਗ੍ਰੰਥੀ ਗੁਰਦੁਆਰਾ ਪਾਨ ਸਾਹਿਬ ਔਰ ਸਮੁੱਚੀ ਮੱਲ ਬਰਾਦਰੀ ਬਹੁਤ ਸੁਚੱਜੇ ਢੰਗ ਨਾਲ ਸੇਵਾਵਾਂ ਚਲਾ ਰਹੀ ਹੈ। ਔਰ ਸਮੁੱਚੇ ਇਲਾਕੇ, ਦੇਸ਼ਾਂ ਵਿਦੇਸ਼ਾਂ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਤੇ ਸਾਰੀ ਸੰਗਤ ਨੂੰ ਅਸੀਂ ਬੇਨਤੀ ਕਰਦੇ ਹਾਂ, ਜਿੱਥੇ ਵੀ ਇਹ ਪ੍ਰਚਾਰ ਤੇ ਪ੍ਰਸਾਰ ਜਾ ਰਿਹਾ, ਇੱਕ ਵੇਰਾ ਜ਼ਰੂਰ ਆ ਕੇ ਧੰਨ ਸ਼੍ਰੀ ਗੁਰੂ ਅਮਰਦਾਸ ਮਹਾਰਾਜ ਜੀ ਦੇ ਇਹ ਪਾਵਨ ਸਥਾਨ ਤੇ ਆ ਕੇ ਦਰਸ਼ਨ ਪਰਸ਼ਨ ਕਰੋ ਔਰ ਜੋੜਾ ਸਾਹਿਬ ਨੂੰ ਮਸਤਕ ਨਾਲ ਸੁਹਾ ਕਰਕੇ ਆਪਦੇ ਮਨੁੱਖਾ ਜੀਵਨ ਨੂੰ ਸਫਲਾ ਬਣਾਓ ਔਰ ਸਤਿਗੁਰਾਂ ਦੇ ਪਾਏ ਹੋਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ। ਤੇ ਸਤਿਗੁਰਾਂ ਦੇ ਚਰਨਾਂ ਵਿੱਚ ਬੇਨਤੀ ਹੈ ਔਰ ਸਮੁੱਚੇ ਸੰਸਾਰ ਦੇ ਵਿੱਚ ਅਮਨ ਸ਼ਾਂਤੀ ਭਾਈਚਾਰਕ ਸਾਂਝ ਬਣਾਉਣ ਔਰ ਚੜ੍ਹਦੀ ਕਲਾ ਦੀ ਦਾਤ ਮਹਾਰਾਜ ਬਖਸ਼ਿਸ਼ ਕਰਨ। ਇਸ
17 18 19 ਤਰੀਕ ਦਾ ਐਤਕੀ ਜਿਹੜਾ ਧੰਨ ਬਾਬਾ ਸੱਚਨ ਸੱਚ ਜੀ ਗੁਰੂ ਅਮਰਦਾਸ ਜੀ ਦੀ ਯਾਦ ਵਿੱਚ ਸੈਦੇਵਾਲਾ ਵਿਖੇ ਜੋੜ ਮੇਲਾ ਚੱਲ ਰਿਹਾ ਹੈ। ਉਹਦੀ ਯਾਦ ਦੇ ਵਿੱਚ ਧਨਪੁਰਾ ਦੀ ਸਾਰੀ ਸਮੂਹ ਸਾਧ ਸੰਗਤ ਰਲ ਕੇ, ਸੇਵਾਦਾਰ ਰਲ ਕੇ ਇਹ ਜਿਹੜੀ ਸੇਵਾ ਹੈ ਜੀ, ਇੱਕ ਦਿਨ ਜਲੇਬੀਆਂ ਦੀ, ਇੱਕ ਦਿਨ ਪਕੌੜਿਆਂ ਦੀ ਅਤੇ ਇੱਕ ਦਿਨ ਖੀਰ ਦਾ ਲੰਗਰ ਚੱਲਦਾ ਹੈ। ਇਹ ਹਰ ਸਾਲ ਇਸ ਅੱਸੂ ਮਹੀਨੇ ਵਿੱਚ 3 ਦਿਨ ਲਗਾਇਆ ਜਾਂਦਾ ਹੈ। ਐਤਕੀ ਇਹ ਸਾਡਾ 5ਵਾਂ ਲੰਗਰ ਹੈ ਪਿੰਡ ਵੱਲੋਂ, ਧਨਪੁਰਾ ਵੱਲੋਂ। ਇਹ ਸਾਰੇ ਜਿਹੜੇ ਸੇਵਾਦਾਰ ਨੇ ਤਨ ਮਨ ਨਾਲ ਸੇਵਾ ਕਰਦੇ ਨੇ। ਹਰ ਇੱਕ ਮਾਈ ਭਾਈ ਇੱਥੇ ਪਹੁੰਚਦਾ ਹੈ। ਆਉਂਦੇ ਜਾਂਦੇ ਰਾਹੀਆਂ ਨੂੰ ਇੱਥੇ ਰੋਕ ਕੇ ਪੂਰੀ ਸ਼ਰਧਾ ਨਾਲ ਲੰਗਰ ਛਕਾਇਆ ਜਾਂਦਾ ਹੈ। ਇਹ ਸਾਡਾ ਲੰਗਰ ਪਿੰਡ ਧਰਮਪੁਰਾ ਵੱਲੋਂ ਸਾਰੇ ਨਗਰ ਦੇ ਸਹਿਯੋਗ ਨਾਲ ਲਾਇਆ ਜਾਂਦਾ ਹੈ। ਪਿੰਡ ਸੈਦੇਵਾਲੇ ਵਿਖੇ ਜੋੜ ਮੇਲਾ ਲੱਗਦਾ ਹੈਗਾ। ਉਹ ਜੋੜ ਮੇਲੇ ਨੂੰ ਸਮਰਥਨ ਰੱਖਦੇ ਹੋਏ ਅਸੀਂ ਸਾਰੇ ਨਗਰ ਵੱਲੋਂ ਇਕੱਠੇ ਹੋ ਕੇ ਸਾਰੀ ਮਾਈ ਭਾਈ ਸੇਵਾ ਕਰਦੇ ਹਾਂ। ਪਹਿਲੇ ਦਿਨ ਲਾਉਂਦੇ ਅਸੀਂ ਖੀਰ ਦਾ ਲੰਗਰ, ਦੂਜੇ ਦਿਨ ਲੱਗਦਾ ਹੈ ਜਲੇਬੀਆਂ ਦਾ ਲੰਗਰ, ਤੀਜੇ ਦਿਨ ਲੱਗਦਾ ਹੈ ਬ੍ਰੈਡ ਦੇ ਪਕੌੜਿਆਂ ਦਾ। ਰਹਿਣ ਦਾ ਪ੍ਰਬੰਧ ਵੀ ਸੇਵਾਦਾਰਾਂ ਦਾ, ਸੰਗਤ ਵਾਸਤੇ ਆਉਣ ਜਾਣ ਦੀ ਸੰਗਤ ਵਾਸਤੇ ਪੱਖਿਆਂ ਦਾ ਪ੍ਰਬੰਧ ਵੀ ਰੱਖਦੇ ਆ। ਜੇ ਕਿਸੇ ਨੇ ਰਹਿਣਾ ਵੀ ਹੋਵੇ ਗੱਦਿਆਂ ਦਾ ਪ੍ਰਬੰਧ ਵੀ ਰੱਖਦੇ ਆ। 1-2 ਸੇਵਾਦਾਰ ਸਾਡੇ ਇੱਥੇ ਤੈਨਾਤ ਰਹਿੰਦੇ ਨੇਗੇ। ਇੱਧਰ ਪਿੰਡ ਦੇ ਕੁਛ ਮੁੰਡੇ ਨੌਜਵਾਨ ਉਹ 3 ਦਿਨ ਵਧੀਆ ਠੰਡੇ ਜਲ ਦੀ ਛਬੀਲ ਵੀ ਲਾਉਂਦੇ ਨੇ। ਬਾਈ ਜੀ ਇਹ ਜਿਹੜਾ ਲੰਗਰ ਹੈ ਇਹ ਬ੍ਰਹਮ ਗਿਆਨੀ ਸੱਚਨ ਸੱਚ ਮੱਲ ਸਾਹਿਬ ਜੀ ਸ੍ਰੀ ਗੁਰਦੁਆਰਾ ਸੈਦੇਵਾਲਾ ਸਾਹਿਬ ਵਿਖੇ ਇਹਨਾਂ ਦੀ ਯਾਦ 'ਤੇ ਇੱਕ ਮੇਲਾ ਲੱਗਦਾ ਹੈ। ਜਿਸ ਮੇਲੇ ਦੇ ਸੰਬੰਧ ਰੱਖਦੇ ਸੰਗਤਾਂ ਦੇ ਸਮੂਹ ਦੇ ਇਕੱਠ ਨੂੰ ਵੇਖਦੇ ਹੋਏ ਪਿੰਡ ਧਰਮਪੁਰਾ ਦੀ ਬੱਚਾ ਬੱਚੀ ਨੇ ਰਲ ਕੇ ਇਹ ਛੋਟਾ ਜਿਹਾ ਇੱਕ ਉਪਰਾਲਾ ਕਰਦੇ ਨੇ। ਇਹ ਬੱਚੇ ਸੰਗਤਾਂ ਇਹਨਾਂ ਨੂੰ ਬਹੁਤ ਪਿਆਰ ਦਿੰਦੀਆਂ। ਇੱਥੇ ਬਾਈ ਜੀ 3 ਦਿਨ ਲਗਾਤਾਰ ਲੰਗਰ ਚੱਲਦਾ ਹੈ। ਜਲੇਬੀਆਂ ਦਾ, ਪਕੌੜਿਆਂ ਦਾ, ਖੀਰ ਦਾ, ਆਦਿ ਪ੍ਰਸ਼ਾਦਾ ਪਾਣੀ ਦਾ ਸਭ ਲੰਗਰ ਹੈ। ਲੋਕ ਸੰਗਤ ਦੇ ਰਹਿਣ ਵਾਸਤੇ ਵੀ ਹੈ। ਅਤੇ ਇੱਕ ਬੱਚਿਆਂ ਵੱਲੋਂ ਇੱਕ ਹੋਰ ਉਪਰਾਲਾ ਵੀ ਕੀਤਾ ਜਾਂਦਾ। ਹਰ ਮੱਸਿਆ ਨੂੰ ਇੱਥੇ ਬਹੁਤ ਜ਼ਿਆਦਾ ਇਕੱਠ ਹੁੰਦਾ ਹੈ। ਉਸ ਕਰਕੇ ਠੰਡੇ ਪਾਣੀ ਦੀ ਛਬੀਲ ਹਰ ਮੱਸਿਆ ਲਗਾਈ ਜਾਂਦੀ ਹੈ।